ਵਾਹਿਗੁਰੂ ਸਾਹਿਬ ਜੀ। ਭਗਵਤੀ ਛੰਦ ਤਵੈ ਪ੍ਰਸਾਦ। ਹਾਂਜੀ, ਇਸ ਤੋਂ ਅੱਗੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮੇਸ਼ਰ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਜੋ ਭਗਵਤੀ ਛੰਦ ਹੈ ਇਸ ਦੀ ਪ੍ਰਾਰੰਭਤਾ ਕਰਨ ਲੱਗੇ ਹਨ। ਇਸ ਨੂੰ ਭਗਵਤੀ ਛੰਦ ਇਸ ਤਰੀਕੇ ਦੇ ਨਾਲ ਬੋਲਣਾ। ਭਗਵਤੀ ਅੱਗੇ ਭੱਬਾ ਅੱਖਰ ਲਾ ਕੇ ਭਗਵਤੀ ਛੰਦ ਤਵੈ ਪ੍ਰਸਾਦ। ਭਗਵਤੀ ਛੰਦ ਤਵੈ ਪ੍ਰਸਾਦ। ਕੇ ਜਾਹਰ ਜਹੂਰ ਹੈ, ਕੇ ਹਾਜ਼ਰ ਹਜੂਰ ਹੈ। ਹਾਂਜੀ, ਇੱਥੇ ਇੱਕੋ ਹੀ ਜਿਹੜੀ ਵਿਚਾਰ ਹੈ ਉਸ ਨੂੰ ਸਮਝ ਲਿਆ ਜਾਵੇ ਕਿ ਜਿਹੜੇ ਕੱਕੇ ਨੂੰ ਸਿਹਾਰੀ ਕਿ ਇਹ ਪਾਠ ਵਾਰ-ਵਾਰ ਅੱਗੇ ਆਉਣਾ ਇਸ ਛੰਦ ਦੇ ਅੰਦਰ, ਅਤੇ ਇਸ ਲਈ ਇਸ ਨੂੰ ਆਮ ਕਰਕੇ ਕਈ ਤਾਂ ਕਿ ਇੱਦਾਂ ਬੋਲਦੇ ਨੇ, ਜਾਣੀ ਕਿ ਬਹੁਤਾ ਕੱਸ ਕੇ ਪਾਠ ਬੋਲ ਜਾਂਦੇ ਨੇ, ਉਹ ਵੀ ਦਰੁਸਤ ਨਹੀਂ। ਅਤੇ ਕਈ ਇਸ ਨੂੰ ਬੋਲਦੇ ਨੇ ਕਿ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ, ਇੱਦਾਂ ਕਿ ਲਾਂ ਵਾਂਗੂ ਬੋਲ ਜਾਂਦੇ ਨੇ। ਪਰ ਜਿਵੇਂ ਆਪਾਂ ਆਮ ਪੰਜਾਬੀ ਦੇ ਅੰਦਰ ਜਦੋਂ ਮੁਹਾਰਨੀ ਪੜ੍ਹਦੇ ਹਾਂ ਗੁਰਮੁਖੀ ਦੀ, ਅਤੇ ਆਪਾਂ ਉੱਥੇ ਬੋਲਦੇ ਹਾਂ ਕੱਕੇ ਸਿਹਾਰੀ ਕਿ ਇਸ ਤਰ੍ਹਾਂ ਬਾਹਲਾ ਇਸ ਨੂੰ ਕਿ ਇੱਦਾਂ ਵੀ ਨਹੀਂ ਬੋਲਣਾ, ਕਿਉਂਕਿ ਉਹਦੇ ਨਾਲ ਜਿਹੜੀ ਛੰਦ ਦੀ ਜਿਹੜੀ ਚਾਲ ਹੈ, ਕਿਉਂਕਿ ਜਿਹੜੀ ਬਾਣੀ ਛੰਦਾਬੱਧੀ ਹੁੰਦੀ ਹੈ ਉਸ ਦੇ ਅੰਦਰ ਜਿੱਥੇ ਸ਼ੁੱਧਤਾ ਦੀ ਲੋੜ ਹੁੰਦੀ ਹੈ ਉੱਥੇ ਨਾਲ ਨਾਲ ਜਿਹੜੀ ਚਾਲ ਹੈ ਉਸ ਦੀ ਵੀ ਬੜੀ ਆਪਣੀ ਮਹਾਨਤਾ ਹੁੰਦੀ ਹੈ। ਇਸ ਲਈ ਬਹੁਤਾ ਕੱਸ ਕੇ ਵੀ ਨਹੀਂ ਬੋਲਣਾ ਔਰ ਲਾਂ ਰੂਪ ਦੇ ਵਿੱਚ ਵੀ ਨਾ ਬੋਲਿਆ ਜਾਵੇ। ਇਹਨਾਂ ਦੋਵਾਂ ਚੀਜ਼ਾਂ ਦਾ ਸਾਰੇ ਛੰਦ ਦੇ ਅੰਦਰ ਧਿਆਨ ਰੱਖਣਾ ਅਤੇ ਇਸ ਨੂੰ ਸਿੱਧਾ ਬੋਲਣਾ ਕਿ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ। ਅਤੇ ਕਈ ਵਾਰ ਇੱਥੇ ਆਮ ਗੁਟਕਾ ਸਾਹਿਬ ਦੇ ਅੰਦਰ ਜ਼ਾਹਰ ਛਪਿਆ ਹੁੰਦਾ ਹੈ। ਉਹ ਆਖਦੇ ਨੇ ਕਿ ਇਹ ਅਰਬੀ ਫਾਰਸੀ ਦੇ ਸ਼ਬਦ ਨੇ ਅਤੇ ਉਹਨਾਂ ਦੇ ਅੰਦਰ ਇਹਨਾਂ ਵਿੱਚ ਬਿੰਦੀ ਦੀ ਜਿਹੜੀ ਵਰਤੋਂ ਕਰਕੇ ਬੋਲਿਆ ਜਾਂਦਾ ਹੈ। ਪਰ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਉਹ ਚਾਹੇ ਅਰਥ ਦੇ ਨਾਲ, ਚਾਹੇ ਉਸ ਨੂੰ ਪਾਦਛੇਦ ਕਰਕੇ, ਚਾਹੇ ਉਹ ਕਿਸੇ ਹੋਰ ਭਾਸ਼ਾ ਦਾ ਸ਼ਬਦ ਹੋਣ ਕਰਕੇ, ਜਿਵੇਂ ਆਦ ਔਰ ਦਸਮ ਬਾਣੀ ਦੇ ਅੰਦਰ ਇੱਕ ਸ਼ਬਦ ਆਉਂਦਾ ਹੈ ਅਚੁੱਤ। ਜਿਹੜਾ ਅਚੁੱਤ ਸ਼ਬਦ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ, ਪਰ ਸੰਸਕ੍ਰਿਤ ਦੇ ਵਿੱਚ ਲਿਖਦੇ ਨੇ ਉਸ ਨੂੰ ਅਚਿਉਤ, ਜਾਣੀ ਕਿ ਐੜਾ ਚੱਚਾ ਊੜੇ ਯਈਆ ਅਤੇ ਊੜੇ ਔਂਕੜ। ਇਸ ਲਈ ਅਤੇ ਪਰ ਇਸ ਨੂੰ ਆਪਾਂ ਪੰਜਾਬੀ ਵਿੱਚ ਬੋਲਦੇ ਹਾਂ ਅਚੁੱਤ। ਅਤੇ ਇਸ ਲਈ ਜੇ ਉਹ ਸੰਸਕ੍ਰਿਤ ਦਾ ਸ਼ਬਦ ਹੈ ਇਹ ਨਹੀਂ ਮਤਲਬ ਕਿ ਉਹਦਾ ਆਪਾਂ ਰੂਪ ਹੀ ਵਿਗਾੜ ਦਈਏ। ਉਸੇ ਪ੍ਰਕਾਰ ਜਿਹੜੇ ਇਹ ਜ਼ਾਹਰ ਇਹ ਅਰਬੀ ਜਾਂ ਫਾਰਸੀ ਭਾਸ਼ਾ ਦਾ ਜਿਹੜਾ ਸ਼ਬਦ ਹੈ, ਪਰ ਇਹ ਨਹੀਂ ਕਿ ਇਸ ਨੂੰ ਆਪਾਂ ਜ਼ਾਹਰ ਕਹਿ ਦੇਣਾ। ਜਿਸ ਪ੍ਰਕਾਰ ਛਪਿਆ ਹੈ ਉੱਦਾਂ ਹੀ ਇਸ ਨੂੰ ਬੋਲਣਾ ਚਾਹੀਦਾ ਹੈ। ਅਤੇ ਜਿਹੜਾ ਅਰਥ ਹੈ ਉਹ ਆਪਣੇ ਆਪ ਜਿਹੜਾ ਗਿਆਨੀ ਸਿੰਘ ਹੈ, ਕਥਾਵਾਚਕ ਹੈ, ਉਸ ਨੇ ਭਾਸ਼ਾ ਦੇ ਅਨੁਸਾਰ ਉਸ ਦੀ ਆਪਣੀ ਜਿਹੜੀ ਵਿਦਵਤਾ ਦੇ ਅਨੁਸਾਰ ਉਸ ਨੇ ਕਰ ਹੀ ਦੇਣਾ। ਇਸ ਲਈ ਕਿ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ। ਹਾਂਜੀ, ਕਿ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ। ਹਮੇਸੁਲ ਸਲਾਮ ਹੈ, ਸਮਸਤੁਲ ਕਲਾਮ ਹੈ। ਇਸ ਨੂੰ ਹਮੇਸੁਲ ਸਲਾਮ ਹੈ, ਸਮਸਤੁਲ ਇਸ ਨੂੰ ਬੋਲਣਾ, ਜਾਣੀ ਕਿ ਸੱਸੇ ਔਰ ਮਸ ਇਹਨਾਂ ਵਿੱਚ ਡੈਸ਼ ਲਾ ਕੇ ਸਮਸ ਤੁਲ, ਇੱਦਾਂ ਪਕਾਉਣ ਵਾਸਤੇ ਜਿਵੇਂ ਕਾਪੀ 'ਤੇ ਲਿਖ ਕੇ ਪਹਿਲਾਂ ਇਸ ਨੂੰ ਸਮਸ ਬੋਲਣਾ, ਸੱਸੇ ਤੋਂ ਡੈਸ਼ ਲਾ ਕੇ ਮੰਮੇ ਦੇ ਉੱਪਰ ਅਧਿਕ ਲਾ ਲੈਣੀ ਬੋਲਣ ਦੇ ਲਈ, ਸਮਸਤੁਲ ਇੱਦਾਂ ਇਸ ਦੀ ਮਿਹਨਤ ਕਰਨੀ। ਫਿਰ ਇਕੱਠਾ ਸ਼ਬਦ ਬੋਲਣਾ ਸਮਸਤੁਲ ਕਲਾਮ ਹੈ। ਹਮੇਸੁਲ ਸਲਾਮ ਹੈ, ਸਮਸਤੁਲ ਕਲਾਮ ਹੈ। ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ। ਅਤੇ ਇਹ ਵੀ ਸ਼ਬਦ ਗੁਰਬਾਣੀ ਦੇ ਅੰਦਰ ਆਉਂਦਾ ਹੈ ਵਾਰ-ਵਾਰ ਕਿ ਸਾਹਿਬ। ਆਮ ਕਰਕੇ ਇਹਨੂੰ ਜਾਂ ਤਾਂ ਸਾਹਿਬ ਕਹਿ ਜਾਂਦੇ ਆ ਜਾਂ ਇਸ ਨੂੰ ਸਾਹਿਬ ਪੜ੍ਹ ਜਾਂਦੇ ਆ। ਅਤੇ ਜਿਹੜਾ ਸੱਸੇ ਦਾ ਕੰਨਾ ਹੈ ਇਸ ਨੂੰ ਵਿਸ਼ੇਸ਼ ਰੂਪ ਦੇ ਅੰਦਰ ਬੋਲਣਾ। ਆਮ ਅਸੀਂ ਸਾਹਿਬ ਕਹਿੰਦੇ ਹਾਂ, ਸਾਹਿਬ, ਪਰ ਇਹ ਸ਼ਬਦ ਹੈ ਸਾਹਿਬ। ਜਿਹੜਾ ਸਾ ਮੈਨੇ ਸਾਰਿਆਂ ਦੇ, ਹੇ ਮੈਨੇ ਹਿਰਦੇ 'ਚ, ਬਾ ਮੈਨੇ ਬਸਣ ਵਾਲਾ ਜਿਹੜਾ ਵਿਆਪਕ ਸਰੂਪ ਹੈ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹਦਾ ਨਾਮ ਹੈ ਸਾਹਿਬ। ਕਿ ਸਾਹਿਬ ਦਿਮਾਗ ਹੈ। ਹਾਂਜੀ,
ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜੀ ਦਿਹੰਦ ਹੈ, ਕਿ ਰਾਜਕ ਰਹਿੰਦ ਹੈ। ਹਾਂਜੀ, ਇਸ ਦੇ ਅੰਦਰ ਕਿ ਰੋਜੀ ਦਿਹੰਦ, ਇੱਥੇ ਦੱਦੇ ਨੂੰ ਸਿਹਾਰੀ ਹੈ। ਆਮ ਅਸੀਂ ਇਸ ਨੂੰ ਦਹਿੰਦ ਪੜ੍ਹਦੇ ਹਾਂ, ਇਸ ਲਈ ਦੱਦੇ ਨੂੰ ਸਿਹਾਰੀ ਹਾਹੇ ਨੂੰ ਟਿੱਪੀ ਲਾ ਕੇ ਬੋਲਣਾ ਕਿ ਰਾਜਕ ਰਹਿੰਦ ਹੈ। ਅਤੇ ਅੱਗੇ ਹੈ ਕਰੀਮੁਲ ਵਾਹਿਗੁਰੂ, ਕਿ ਰੋਜੀ ਦਿਹੰਦ ਹੈ, ਕਿ ਰਾਜਕ ਰਹਿੰਦ। ਅੱਗੇ ਜਿਹੜਾ ਰਹਿੰਦ ਪਾਠ ਹੈ ਇਹ ਹੈ ਰਾਰਾ ਮੁਕਤਾ ਹਾਹੇ ਨੂੰ ਸਿਹਾਰੀ ਹੈ, ਇਸ ਲਈ ਇਸ ਨੂੰ ਰਿਹੰਦ ਨਹੀਂ ਕਹਿਣਾ। ਉੱਪਰ ਦਿਹੰਦ ਬੋਲਣਾ ਹੈ ਅਤੇ ਥੱਲੇ ਬੋਲਣਾ ਹੈ ਰਹਿੰਦ, ਯਾਨੀ ਕਿ ਰਾਰਾ ਮੁਕਤਾ ਹਾਹੇ ਨੂੰ ਸਿਹਾਰੀ ਲਾ ਕੇ ਬੋਲਣਾ। ਹਾਂਜੀ। ਕਿ ਰੋਜੀ ਦਿਹੰਦ ਹੈ, ਕਿ ਰਾਜਕ ਰਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨਲ ਜਮਾਲ ਹੈ। ਹਾਂਜੀ, ਕਿ ਹੁਸਨਲ, ਨੰਨੇ ਨੂੰ ਔਂਕੜ ਨਹੀਂ ਬੋਲਣਾ, ਕਿ ਹੁਸਨਲ ਜਮਾਲ ਹੈ। ਕਰੀਮੁਲ ਕਮਾਲ ਹੈ, ਕਿ ਹੁਸਨਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸਿਕਨ ਹੈ, ਹਿਰਾਸੁਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ। ਹਾਂਜੀ, ਇਹ ਜਿਹੜਾ ਪਾਠ ਵੀ ਮਿਹਨਤ ਵਾਲਾ ਪਾਠ ਹੈ। ਅਗੰਜੁਲ ਜਾਨੀ ਕਿ ਐੜੇ ਤੋਂ ਡੈਸ਼ ਲਾ ਕੇ ਇਸ ਨੂੰ ਬੋਲਣਾ ਹੈ ਗੰਜੁਲ, ਜਾਨੀ ਕਿ ਐੜੇ ਤੋਂ ਸਮਝਣ ਦੇ ਲਈ ਲਾਉਣਾ, ਜਾਨੀ ਕਿ ਬਹੁਤਾ ਵੱਖਰਾ ਵੀ ਨਹੀਂ ਕਰਨਾ। ਇੱਕ ਵਾਰੀ ਪਾਠ ਪਕਾਉਣ ਦੇ ਲਈ ਇਸ ਨੂੰ ਅਗੰਜੁਲ ਇੱਦਾਂ ਬੋਲਣਾ, ਫਿਰ ਪਾਠ ਇਕੱਠਾ ਹੈ। ਅਗੰਜੁਲ ਗਨੀਮ ਹੈ। ਅਗੰਜੁਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ। ਹਾਂਜੀ, ਇਹ ਜਿਹੜਾ ਪਾਠ ਹੈ ਸਮਸਤੁਲ ਜੁਬਾ ਹੈ, ਇਹ ਆਮ ਕਰਕੇ ਜਾਨੀ ਕਿ ਇੱਥੇ ਕਈ ਸਰੂਪਾਂ ਦੇ ਅੰਦਰ ਬਿੰਦੀ ਵੀ ਛਪੀ ਹੁੰਦੀ ਹੈ, ਜ਼ੁਬਾਨ ਵੀ ਛਪਿਆ ਹੁੰਦਾ ਹੈ, ਅਤੇ ਕਈ ਇਸ ਲਈ ਜ਼ੁਬਾਨ ਵੀ ਇਸ ਨੂੰ ਕਰਵਾ ਦਿੰਦੇ ਨੇ। ਪਰ ਸ਼ੁੱਧ ਰੂਪ ਜੋ ਸੰਪਰਦਾਇ ਦੇ ਅਨੁਸਾਰ ਜੋ ਭਿੰਡਰਾਂ ਵਾਲਾ ਗੁਟਕਾ ਸਾਹਿਬ ਹੈ, ਇਸ ਦੇ ਅੰਦਰ ਬਿੰਦੀ ਤੋਂ ਰਹਿਤ ਹੀ ਪਾਠ ਆਇਆ ਹੈ, ਇਸ ਲਈ ਸਮਸਤੁਲ ਜੁਬਾ ਹੈ, ਜਾਨੀ ਕਿ ਅਰਥ ਜ਼ੁਬਾਨ ਦਾ ਹੀ ਹੋਣਾ। ਅਤੇ ਅੱਗੇ ਹੈ ਕਿ ਸਾਹਿਬ ਕਿਰਾ ਹੈ, ਮਾੜਾ ਜਿਹਾ ਵਿੱਚ ਡੈਸ਼ ਲਾ ਕੇ, ਜਾਨੀ ਕਿ ਜਿਵੇਂ ਆਪਾਂ ਜ਼ੁਬਾਨ ਬੋਲਦੇ ਹਾਂ ਜ਼ੁਬਾਨ, ਅਤੇ ਫਾਰਸੀ ਦੇ ਵਿੱਚ ਉਹਨੂੰ ਹੀ ਕਿਹਾ ਜਾਂਦਾ ਹੈ ਜੁਬਾ। ਅਤੇ ਕਿ ਸਾਹਿਬ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਇੱਥੇ ਵੀ ਕਿਰਾ ਡੈਸ਼ ਲਾ ਕੇ ਬੋਲਣਾ ਕੱਕੇ ਔਰ ਰਾਰੇ ਦੇ ਵਿੱਚ। ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ। ਕਿ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ। ਹਾਂਜੀ, ਇਸ ਦੇ ਅੰਦਰ ਵੀ ਕਿ ਨਰਕੰ ਪ੍ਰਣਾਸ ਹੈ। ਜਿਹੜਾ ਅੱਗੇ ਪਾਠ ਹੈ ਬਹਿਸਤੁਲ, ਇਹਨੂੰ ਆਮ ਬਹਿਸਤੁਲ ਵੀ ਕਈ ਅਣਗਹਿਲੀ ਦੇ ਨਾਲ ਪੜ੍ਹ ਦਿੰਦੇ ਨੇ, ਪਰ ਇਸ ਨੂੰ ਪੋਲਾ ਪਾਠ ਬਹਿਸ ਔਰ ਤੁਲ ਦੇ ਅੰਦਰ ਡੈਸ਼ ਲਾ ਕੇ ਬੋਲਣਾ, ਬਹਿਸਤੁਲ ਨਿਵਾਸ ਹੈ। ਇਸ ਤਰੀਕੇ ਦੇ ਨਾਲ ਪਾਠ ਕਰਨਾ। ਕਿ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ। ਹਾਂਜੀ, ਇਸ ਨੂੰ ਥੋੜ੍ਹਾ ਕੱਸ ਕੇ ਬੋਲਣਾ, ਜਿਸ ਦੇ ਨਾਲ ਜਿਹੜੀ ਟਿੱਪੀਆਂ ਦੀ ਆਵਾਜ਼ ਆ ਜਾਵੇ। ਕਿ ਸਰਬੁਲ ਗਵਨ, ਗਵਨ ਸ਼ਬਦ ਕੱਸ ਕੇ ਬੋਲੋ ਜ਼ੋਰ ਲਾ ਕੇ। ਕਿ ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ। ਕਿ ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ਼ ਹੈ, ਸਮਸਤੁਲ ਅਜੀਜ਼ ਹੈ, ਪਰਮ ਈਸ ਹੈ, ਸਮਸਤੁਲ ਆਦੀਸ ਹੈ, ਆਦੇਸ਼ੁਲ ਅਲੇਖ ਹੈ। ਹਾਂਜੀ, ਹੈ ਦਾ ਜਿਹੜਾ ਉਚਾਰਨ ਹੈ ਬਿੰਦੀ ਲਾ ਕੇ ਬੋਲੋ। ਸਮਸਤੁਲ ਅਦੀਸ ਹੈ, ਸਮਸਤੁਲ ਆਦੀਸ ਹੈ, ਆਦੇਸ਼ੁਲ ਅਲੇਖ ਹੈ, ਹਮੇਸ਼ੁਲ ਅਭੇਖ ਹੈ, ਜ਼ਮੀਨੁਲ ਜਮਾ ਹੈ। ਹਾਂਜੀ, ਇਹ ਜਿਹੜਾ ਪਾਠ ਹੈ ਜ਼ਮੀਨੁਲ, ਜਾਨੀ ਕਿ ਜੱਜੇ ਔਰ ਮੰਮੇ ਦੇ ਵਿੱਚ ਡੈਸ਼ ਲਾ ਕੇ ਜ਼ਮੀਨੁਲ ਜਮਾ ਹੈ।
ਇਸ ਨੂੰ ਥੋੜ੍ਹਾ ਜਿਹਾ ਲਮਕਾ ਕੇ ਬੋਲਣਾ, ਜਾਣੀ ਕਿ ਜਮਾ ਨਹੀਂ ਕਰਨਾ। ਜਮਾ ਆਮ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੋੜ ਘਟਾ, ਅਤੇ ਉਹਨੂੰ ਆਪਾਂ ਜਮਾ ਵੀ ਕਹਿ ਦਿੰਦੇ ਹਾਂ, ਪਰ ਇੱਥੇ ਹੈ ਜਮਾ, ਜੋ ਧਰਤੀ ਦਾ ਆਸਮਾਨ ਦਾ ਵਾਚਕ ਹੈ। ਅਤੇ ਇਸ ਲਈ ਇਹ ਆਸਮਾਨ ਦਾ ਵਾਚਕ ਹੋਣ ਕਰਕੇ ਜਿਵੇਂ ਆਪਾਂ ਜਮਾਨ ਕਹਿੰਦੇ ਹਾਂ ਲਮਕਾ ਕੇ, ਅਤੇ ਫਾਰਸੀ ਦੇ ਅੰਦਰ ਇਸ ਨੂੰ ਜਮਾ ਇੱਦਾਂ ਲਮਕਾ ਕੇ ਬੋਲਿਆ ਜਾਂਦਾ ਹੈ। ਇਸ ਲਈ ਥੋੜ੍ਹਾ ਜਿਹਾ ਡੈਸ਼ ਲਾ ਕੇ ਦੋਵੇਂ ਪਾਠ ਇੱਦਾਂ ਹੀ ਬੋਲਣੇ, ਜ਼ਮੀਨੁਲ ਜਮਾ ਹੈ, ਅਮੀਕੁਲ ਇਮਾ ਹੈ। ਜਾਣੀ ਕਿ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜਾ ਇਮਾ ਹੈ ਇਸ ਦੇ ਅੰਦਰ ਵੀ ਡੈਸ਼ ਲਾ ਕੇ ਬੋਲਣਾ, ਅਮੀਕੁਲ ਇਮਾ ਹੈ। ਹਾਂਜੀ। ਜ਼ਮੀਨੁਲ ਜਮਾ ਹੈ, ਅਮੀਕੁਲ ਇਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ। ਹਾਂਜੀ, ਇਹ ਜਿਹੜਾ ਪਾਠ ਹੈ ਕਿ ਜੁਰਤ, ਇਹਨੂੰ ਆਮ ਅਣਗਹਿਲੀ ਦੇ ਨਾਲ ਗੁਰਸਿੱਖ ਜੁਰਅਤ ਵੀ ਪੜ੍ਹ ਜਾਂਦੇ ਆ, ਪਰ ਇਕੱਠਾ ਹੀ ਪਾਠ ਬੋਲਣਾ ਕਿ ਜੁਰਤ ਜਮਾਲ ਹੈ। ਐੜਾ ਵੀ ਸ਼ੁੱਧ ਰੂਪ ਦੇ ਅੰਦਰ ਬੋਲਿਆ ਜਾਵੇ, ਜਾਣੀ ਕਿ ਜੁਰਤ, ਇੱਦਾਂ ਸਿੱਧਾ ਵੀ ਪਾਠ ਨਹੀਂ ਬੋਲਣਾ, ਐੜਾ ਵਿੱਚ ਜ਼ਰੂਰ ਧਿਆਨ ਦੇ ਨਾਲ ਲਾਉਣਾ ਕਿ ਜੁਰਤ ਜਮਾਲ ਹੈ। ਕਿ ਜੁਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਅਮਿਤੋ ਸੋਬਾਸ ਹੈ। ਇਸ ਪੰਕਤੀ ਦੇ ਅੰਦਰ ਕਿ ਅਮਿਤੋ ਸੋਬਾਸ ਹੈ, ਇਹ ਜਿਹੜਾ ਅਮਿਤੋ ਪਾਠ ਕੱਸ ਕੇ ਬੋਲਣਾ, ਸੋ ਔਰ ਬਾਸ ਇਸ ਨੂੰ ਵੱਖਰਾ ਵੱਖਰਾ ਅਲੱਗਾ ਪਾਠ ਬੋਲਣਾ। ਕਿ ਅਮਿਤੋ ਸੋਬਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ। ਇਹ ਵੀ ਜਿਹੜਾ ਪਾਠ ਹੈ ਕਿ ਅਮਿਤੋ ਪਸਾ ਹੈ, ਇਹ ਵੀ ਪਸਾ, ਜਾਣੀ ਕਿ ਉਸ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਪਸਾਰਾ ਹੈ ਉਹ ਅਮਿਤੋ ਗਿਣਤੀ ਮਿਣਤੀ ਤੋਂ ਰਹਿਤ ਹੈ, ਅਤੇ ਇਸ ਲਈ ਇਸ ਨੂੰ ਪਸਾ ਨਹੀਂ ਕਹਿਣਾ, ਸਿੱਧਾ ਪੱਪੇ ਔਰ ਸੱਸੇ ਦੇ ਵਿੱਚ ਡੈਸ਼ ਲਾ ਕੇ ਪਾਠ ਬੋਲਣਾ ਕਿ ਅਮਿਤੋ ਪਸਾ ਹੈ। ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ। ਅਤੇ ਜਿਹੜਾ ਪ੍ਰਭਾ ਪਾਠ ਹੈ ਇਸ ਨੂੰ ਪ੍ਰਭਾ ਨਹੀਂ ਕਹਿਣਾ, ਜਾਣੀ ਕਿ ਇਸ ਦੇ ਵਿੱਚ ਡੈਸ਼ ਨਹੀਂ ਲਾਉਣਾ, ਇਸ ਨੂੰ ਸਿੱਧਾ ਪਾਠ ਬੋਲਣਾ ਕਿ ਆਤਮ ਪ੍ਰਭਾ ਹੈ। ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਦ ਭਾਰ ਛੰਦ ਤਵੈ ਪ੍ਰਸਾਦ। ਇਸ ਤੋਂ ਅੱਗੇ ਮੱਧ ਭਾਰ ਛੰਦ ਦੀ ਪ੍ਰਾਰੰਭਤਾ ਹੋ ਰਹੀ ਹੈ, ਅਤੇ ਪਹਿਲਾਂ ਦੱਸਿਆ ਹੀ ਹੋਇਆ ਕਿ ਇਸ ਛੰਦ ਦਾ ਅਰਥ ਇਹੀ ਬਣਦਾ ਹੈ ਕਿ ਮੱਧ ਵਿੱਚ ਜਿਹੜਾ ਪੰਕਤੀ ਦਾ ਸੈਂਟਰ ਹੁੰਦਾ ਹੈ, ਮੱਧ ਹੁੰਦਾ ਹੈ, ਵਿਚਾਲੜਾ ਹਿੱਸਾ, ਉਸ ਦੇ ਅੰਦਰ ਜ਼ੋਰ ਦੇ ਕੇ ਇਸ ਛੰਦ ਨੂੰ ਪੜ੍ਹਿਆ ਜਾਂਦਾ ਹੈ, ਜਿਸ ਲਈ ਇਸ ਦਾ ਜਿਹੜਾ ਅਰਥ ਹੈ ਉਹ ਕੀਤਾ ਜਾਂਦਾ ਹੈ ਕਿ ਮੱਧ ਵਿੱਚ ਭਾਰ ਦੇ ਕੇ ਪੜ੍ਹਨ ਵਾਲਾ ਛੰਦ, ਜਿਵੇਂ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ, ਇਸ ਤਰੀਕੇ ਦੇ ਨਾਲ ਇਹਦੀ ਚਾਲ ਹੁੰਦੀ ਹੈ। ਸੋ ਇਸ ਦੀ ਅੱਗੇ ਤੁਸੀਂ ਜਿਹੜੀ ਸੰਥਿਆ ਸ਼ਰਵਣ ਕਰੋ ਜੀ। ਮਦ ਭਾਰ ਛੰਦ ਤਵੈ ਪ੍ਰਸਾਦ, ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ, ਹਰ ਬਰ ਅਗੰਜ ਹਰ ਨਰ ਪ੍ਰਪੰਜ, ਅਨਗਨ ਪ੍ਰਣਾਮ ਮੁਨ ਮਨ ਸਲਾਮ, ਹਰ ਨਰ ਅਖੰਡ ਬਰ ਨਰ ਅਮੰਡ, ਅਨਭਵ ਅਨਾਸ ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ ਜਲ ਥਲ ਮੁਦਾਮ, ਅਨਛਿਜ ਅੰਗ ਆਸਨ ਅਭੰਗ। ਹਾਂਜੀ, ਇਹ ਜਿਹੜਾ ਪਾਠ ਹੈ ਅਨਛਿਜ, ਇੱਕ ਤਾਂ ਜਿਹੜਾ ਛੱਛਾ ਅੱਖਰ ਹੈ ਇਸ ਨੂੰ ਉੱਪਰ ਤਾਲੂ ਦੇ ਨਾਲ ਜੀਭ ਲਾ ਕੇ ਬੋਲਣਾ, ਅਤੇ ਇੱਕ ਇਸ ਨੂੰ ਨੰਨੇ ਔਰ ਛਿਜ ਦੇ ਵਿੱਚ ਡੈਸ਼ ਲਾ ਕੇ ਇਸ ਨੂੰ ਵੱਖਰਾ ਵੱਖਰਾ ਪਕਾਉਣ ਦੇ ਲਈ ਕਰ ਲੈਣਾ, ਅਤੇ ਇਕੱਠਾ ਪਾਠ ਕੱਸ ਕੇ ਬੋਲਣਾ ਅਨਛਿਜ ਅੰਗ। ਅਨਛਿਜ ਅੰਗ ਆਸਨ ਅਭੰਗ, ਆਸਨ ਪਾਠ ਵੀ ਕੱਸ ਕੇ ਬੋਲਣਾ। ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ। ਇਹ ਜਿਹੜਾ ਪਾਠ ਬਹੁਤ ਗੁਰਸਿੱਖਾਂ ਵੱਲੋਂ ਅਣਗਹਿਲੀ ਦੇ ਨਾਲ ਗਲਤ ਪੜ੍ਹਿਆ ਜਾਂਦਾ ਹੈ। ਗਤ ਮਿਤ ਉਧਾਰ, ਆਮ ਕਰਕੇ ਕਈਆਂ ਦੀ ਤਾਂ ਜਿਹੜੀ ਇਲਾਕੇ ਦੇ ਹਿਸਾਬ ਦੇ ਨਾਲ ਬਹੁਤੇ ਕੱਸ ਕੇ ਸ਼ਬਦ ਬੋਲਣ ਦੀ ਆਦਤ ਬਣੀ ਹੁੰਦੀ ਹੈ, ਇਸ ਲਈ ਇੱਥੇ ਦੱਦਾ ਅੱਖਰ ਬੜਾ ਧਿਆਨ ਦੇ ਨਾਲ ਗਤ ਮਿਤ ਉਦਾਰ
ਕਿ ਉਹ ਪਰਮੇਸ਼ਰ ਸਖੀ ਦਾਤਾ ਹੈ। ਅਤੇ ਉਧਾਰ ਹੁੰਦਾ ਕਿ ਕਿਸੇ ਦਾ ਉਧਾਰ ਕਰਨ ਵਾਲਾ, ਜਾਂ ਜਿਵੇਂ ਆਪਾਂ ਜਿਹੜੀ ਉਧਾਰ ਕਰਦੇ ਹਾਂ, ਇਸ ਲਈ ਇੱਥੇ ਹੈ ਦੱਦਾ ਪਰਮੇਸ਼ਰ ਵਾਹਿਗੁਰੂ ਸਖੀ ਦਾਤਾ ਹੈ। ਇਸ ਲਈ ਗਤ ਮਿਤ ਉਦਾਰ ਪੋਲੇ ਆਵਾਜ਼ ਦੇ ਨਾਲ ਦੱਦਾ ਅੱਖਰ ਸ਼ੁੱਧ ਰੂਪ ਦੇ ਅੰਦਰ ਬੋਲਣਾ। ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ। ਹਾਂਜੀ, ਬੇਅੰਤ ਨਹੀਂ ਕਹਿਣਾ, ਬੇਅੰਤ। ਦਿਸ ਵਿਸ ਬੇਅੰਤ, ਕਿਉਂਕਿ ਬੱਬੇ ਨੂੰ ਸਿਹਾਰੀ ਹੈ। ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੋ ਏਕੈ ਸਦਾਹੋ। ਹਾਂਜੀ, ਇਹ ਸਾਰੇ ਕੰਨੇ ਧਿਆਨ ਦੇ ਨਾਲ ਬੋਲਣੇ। ਆ ਜਾਨ ਬਾਹੋ ਏਕੈ ਸਦਾਹੋ। ਹਾਂਜੀ, ਆ ਜਾਨ ਬਾਹੋ ਏਕੈ ਸਦਾਹੋ ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ। ਚਿੱਤ ਚਰਨ ਨਾਮ, ਇੱਦਾਂ ਕੱਸ ਕੇ ਬੋਲਣਾ, ਚਿੱਤ ਚਰਨ ਨਾਮ। ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜਿਜ ਨਾ ਬਾਤ। ਨਹੀਂ, ਆਜਿਜ ਨਹੀਂ ਕਹਿਣਾ, ਆਜਿਜ ਪੋਲਾ ਪਾਠ ਬੋਲਣਾ। ਅਤੇ ਉੱਪਰ ਜਿਹੜਾ ਚਿੱਤ ਚਰਨ ਨਾਮ ਇਹ ਪੰਕਤੀ ਆਈ ਹੈ, ਜਿਵੇਂ ਆਮ ਕਰਕੇ ਕਈਆਂ ਵੱਲੋਂ ਸ਼ੰਕਾ ਕੀਤਾ ਜਾਂਦਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਾਂ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨ ਤਾਂ ਹੈ ਨਹੀਂ, ਅਤੇ ਨਮਸਕਾਰ ਕਿਸ 'ਤੇ ਕਰਨੀ ਹੈ। ਅਤੇ ਉਸ ਦੀ ਇਸ ਜਾਪ ਸਾਹਿਬ ਬਾਣੀ ਦੇ ਵਿੱਚੋਂ ਸਪਸ਼ਟਤਾ ਹੁੰਦੀ ਹੈ ਕਿ ਜਿਹੜਾ ਚਿੱਤ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਵਸਾਉਣਾ, ਇਹੀ ਪਰਮੇਸ਼ਰ ਵਾਹਿਗੁਰੂ ਦੇ ਚਰਨ ਹਨ। ਜਾਂ ਦੂਸਰਾ ਸੰਪਰਦਾਇ ਦੇ ਅੰਦਰ ਇਹ ਵੀ ਅਰਥ ਕੀਤਾ ਜਾਂਦਾ ਹੈ ਕਿ ਜਿਹੜਾ ਚੇਤਨ ਸਰੂਪ ਦਾ ਚਿੰਤਨ ਕਰਨਾ ਔਰ ਨਾਲ ਨਾਮ ਜਪਣਾ, ਇਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨ ਹਨ। ਅਤੇ ਜਿਹੜਾ ਆਜਿਜ, ਇਸ ਨੂੰ ਪੋਲਾ ਪਾਠ ਬੋਲਣਾ, ਆਜਿਜ ਨਹੀਂ ਕਹਿਣਾ, ਆਜਿਜ ਨਾ ਬਾਤ। ਅਨਛਿਜ ਗਾਤ ਆਜਿਜ ਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ। ਹਾਂਜੀ, ਇਸ ਨੂੰ ਵੀ ਕੱਸ ਕੇ ਪਾਠ ਬੋਲਣਾ। ਆਤ ਪੋਲਾ, ਢੀਠ ਕੱਸ ਕੇ, ਯਾਨੀ ਕਿ ਢੱਡਾ ਅੱਖਰ ਪੂਰਾ ਬੋਲਿਆ ਜਾਵੇ। ਆਤ ਢੀਠ, ਆਤ ਪਾਠ ਪੋਲਾ ਹੀ ਬੋਲਣਾ। ਆਤ ਢੀਠ ਕਰਮ। ਆਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ। ਅਤੇ ਇਹ ਜਿਹੜਾ ਪਾਠ ਹੈ ਅਣਬ੍ਰਣ, ਇੱਥੇ ਦੋਵੇਂ ਨਾਣੇ ਛਪੇ ਹੋਏ ਨੇ, ਧਿਆਨ ਦੇ ਨਾਲ ਦੋਵੇਂ ਨਾਣੇ ਸ਼ੁੱਧ ਰੂਪ ਦੇ ਅੰਦਰ ਬੋਲਣੇ। ਅਣਬ੍ਰਣ ਅਨੰਤ ਦਾਤਾ ਮਹੰਤ। ਸੋ ਇੱਕ ਵਾਰ ਇਸ ਦਾ ਜਿਹੜਾ ਮੂਲ ਪਾਠ ਹੈ ਉਹ ਕਰਕੇ ਇਸ ਦੀ ਸੰਥਿਆ ਦੀ ਜੋ ਸਮਾਪਤੀ ਕਰ ਦਿੱਤੀ ਜਾਵੇਗੀ। ਵਾਹਿਗੁਰੂ ਸਾਹਿਬ ਜੀ। ਭਗਵਤੀ ਛੰਦ ਤਵੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਕ ਰਹੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕੇ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕੇ ਰਾਹ ਹੈ ਕਿ ਨਰਕੰ ਪ੍ਰਨਾਸ ਹੈ ਬਹਿਸ ਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸ਼ੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸ਼ੁਲ ਅਭੇਖ ਹੈ ਜਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ
ਕਿ ਅਚਲੰ ਪ੍ਰਕਾਸ਼ ਹੈ, ਕਿ ਅਮਿਤੋ ਸੋ ਬਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਅਮਿਤੋ ਅਭੰਗ ਹੈ। ਮਦ ਭਾਰ ਛੰਦ ਤਵੈ ਪ੍ਰਸਾਦ, ਮਨ ਮਨ ਪ੍ਰਣਾਮ ਗੁਣ ਗਨ ਮੁਦਾਮ। ਅਰ ਬਰ ਅਗੰਜ ਹਰ ਨਰ ਪ੍ਰਪੰਜ, ਅਨਗਨ ਪ੍ਰਣਾਮ ਮਨ ਮਨ ਸਲਾਮ। ਹਰ ਨਰ ਅਖੰਡ ਬਰ ਨਰ ਅਮੰਡ, ਅਨਭਵ ਅਨਾਸ ਮਨ ਮਨ ਪ੍ਰਕਾਸ਼। ਗੁਣ ਗਨ ਪ੍ਰਣਾਮ ਜਲ ਥਲ ਮੁਦਾਮ, ਅਨਛਿਜ ਅੰਗ ਆਸਨ ਅਭੰਗ। ਉਪਮਾ ਅਪਾਰ ਗਤ ਮਿਤ ਉਦਾਰ, ਜਲ ਥਲ ਅਮੰਡ ਦੇਸ ਵਿਸ ਅਭੰਡ। ਜਲ ਥਲ ਮਹੰਤ ਦੇਸ ਵਿਸ ਬੇਅੰਤ, ਅਨਭਵ ਅਨਾਸ ਤ੍ਰਿਤ ਧਰ ਤੁਰਾਸ। ਆ ਜਾਨ ਬਾਹੋ ਏਕੈ ਸਦਾਹੋ, ਓੰਕਾਰ ਆਦ ਕਥਨੀ ਅਨਾਦ। ਖਲ ਖੰਡ ਖਿਆਲ ਗੁਰ ਬਰ ਅਕਾਲ, ਘਰ ਘਰ ਪ੍ਰਣਾਮ ਚਿਤ ਚਰਨ ਨਾਮ। ਅਨਛਿਜ ਗਾਤ ਆਜਿਜ ਨਾ ਬਾਤ, ਅਨਝੰਝ ਗਾਤ ਅਨਰੰਜ ਬਾਤ। ਅਨ ਟੁੱਟ ਭੰਡਾਰ ਅਨ ਠਟ ਅਪਾਰ, ਆਡੀਠ ਧਰਮ ਆਤ ਢੀਠ ਕਰਮ। ਅਨ ਬ੍ਰਣ ਅਨੰਤ ਦਾਤਾ ਮਹੰਤ, ਆਡੀਠ ਧਰਮ ਆਤ ਢੀਠ ਕਰਮ। ਅਨ ਬ੍ਰਣ ਅਨੰਤ ਦਾਤਾ ਮਹੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।